ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਅੰਗਰੇਜ਼ੀ ਪੈਡਾਗੋਜੀ ਦੀ ਕਲਾਸ ਵਿੱਚ ਕੁਝ ਪੁਰਾਣੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਹ ਵੀਡੀਓ ਤੁਹਾਡੇ ਪੀਐਸ ਟੈਟ ਐਗਜ਼ਾਮ ਪੇਪਰ 1 ਅਤੇ ਪੇਪਰ 2 ਦੋਨਾਂ ਲਈ ਹੀ ਯੂਸਫੁਲ ਹੈ। ਇਸ ਸੀਰੀਜ਼ ਦੇ ਵਿੱਚ ਆਪਾਂ ਲਗਭਗ 200 ਤੋਂ ਲੈ ਕੇ 250 ਪ੍ਰਸ਼ਨ ਡਿਸਕਸ ਕਰਾਂਗੇ ਐਂਡ ਅੱਜ ਆਪਣੀ ਪਹਿਲੀ ਵੀਡੀਓ ਹੈ, ਸੋ ਇਸ ਕਰਕੇ ਇਸ ਸੈਸ਼ਨ ਨੂੰ ਲਾਈਕ ਕਰ ਦਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਕਿਉਂਕਿ ਇਨ ਫਿਊਚਰ 'ਚ ਜੇਕਰ ਅਸੀਂ ਇਸ ਤਰ੍ਹਾਂ ਦੀਆਂ ਯੂਸਫੁਲ ਵੀਡੀਓਜ਼ ਬਣਾਵਾਂਗੇ ਤਾਂ ਤੁਸੀਂ ਉਹਨਾਂ ਵੀਡੀਓਜ਼ ਨੂੰ ਪ੍ਰਾਪਤ ਨਹੀਂ ਕਰ ਸਕਦੇ, ਨਾ ਹੀ ਤੁਹਾਨੂੰ ਨੋਟੀਫਿਕੇਸ਼ਨ ਆਉਣਾ ਆ। ਸੋ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਜਿਹੜਾ ਬੈਲ ਆਈਕਨ ਹੋਏਗਾ ਜੀ ਉਹ ਵੀ ਪ੍ਰੈਸ ਕਰ ਦਿਓ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ। ਕੋਸ਼ਿਸ਼ ਕਰਿਓ ਮੇਰੇ ਪ੍ਰਸ਼ਨ ਪੜਨ ਤੋਂ ਬਾਅਦ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਹੈਗਾ ਜੀ ਖੁਦ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਐਂਡ ਮੇਰੇ ਜਵਾਬ ਦੱਸਣ ਤੋਂ ਪਹਿਲਾਂ ਹੀ ਤੁਹਾਡੇ ਕਮੈਂਟ ਸੈਕਸ਼ਨ ਦੇ ਵਿੱਚ ਸਹੀ ਜਵਾਬ ਜਾਂ ਫਿਰ ਜਿਹੜਾ ਵੀ ਜਵਾਬ ਤੁਹਾਨੂੰ ਆਉਂਦਾ ਆ ਉਹ ਤੁਸੀਂ ਕਮੈਂਟ ਕਰ ਦੇਣਾ ਆ ਐਂਡ ਸੈਸ਼ਨ ਦੇ ਐਂਡ ਤੇ ਤੁਸੀਂ ਮੈਨੂੰ ਇਹ ਵੀ ਦੱਸਣਾ ਆ ਕਿ ਤੁਹਾਡੇ 10 ਵਿੱਚੋਂ ਕਿੰਨੇ ਨੰਬਰ ਬਣੇ ਨੇ। ਪਹਿਲੇ ਪ੍ਰਸ਼ਨ ਦੇ ਵਿੱਚ ਪਹਿਲਾਂ ਮੈਂ ਪ੍ਰਸ਼ਨ ਪੜੂੰਗਾ, ਉਸ ਤੋਂ ਬਾਅਦ ਆਪਸ਼ਨਾਂ ਪੜੂੰਗਾ। oral teaching precedes any form of English language teaching. This is an essential feature of which of the following methods? oral teaching ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੀ oral teaching ਹੁੰਦੀ ਹੈ ਇਹਨੂੰ ਆਪਾਂ ਪ੍ਰੋਸੀਡ ਕਰਦੇ ਹੈਗੇ ਆ any form of English language teaching, ਤੇ ਇਹ ਕਿਹਦਾ ਫੀਚਰ ਹੈਗਾ ਆ ਐਂਡ ਤੁਸੀਂ ਅੰਗਰੇਜ਼ੀ ਪੈਡਾਗੋਜੀ ਦੇ ਵਿੱਚ ਇਹਨਾਂ ਟਰਮਸ ਨੂੰ ਜ਼ਰੂਰ ਦੇਖਿਆ ਹੋਊਗਾ। ਇਹਨਾਂ ਟਰਮਸ ਦੇ ਵਿੱਚ ਜੇਕਰ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਨੇ ਤਾਂ ਇਹਦਾ ਜਵਾਬ ਤੁਸੀਂ ਦੇ ਸਕਦੇ ਹੋ। ਪਹਿਲਾ ਆਪਸ਼ਨ ਹੈ ਗ੍ਰਾਮਰ ट्रांसलेशन मैथड, ऑप्शन नंबर बी बाइलिंगुअल मैथड, थर्ड नंबर ते डायरेक्ट मैथड, चौथे नंबर ते है प्रैग्मैटिक ਮੈਥਡ। ਸਹੀ ਜਵਾਬ ਦੀ ਗੱਲ ਕਰਾਂਗੇ, ਓਰਲ ਟੀਚਿੰਗ ਦੀ ਗੱਲ ਕੀਤੀ ਜਾ ਰਹੀ ਹੈ। ਇੱਥੇ ਤੁਹਾਡਾ ਜਿਹੜਾ ਸਹੀ ਜਵਾਬ ਹੋਏਗਾ ਜੀ ਉਹ ਹੋਏਗਾ ਜੀ ਆਪਸ਼ਨ ਨੰਬਰ ਸੀ ਡਾਇਰੈਕਟ ਮੈਥਡ ਐਂਡ ਬਾਕੀ ਦੀਆਂ ਆਪਸ਼ਨਾਂ ਨੂੰ ਵੀ ਆਪਾਂ ਸਮਝ ਲੈਣੇ ਆ। ਡਾਇਰੈਕਟ ਮੈਥਡ ਜਿਹੜਾ ਹੁੰਦਾ ਆ, ਜਿਹੜੀ ਭਾਸ਼ਾ ਆਪਾਂ ਬੱਚੇ ਨੂੰ ਸਿਖਾ ਰਹੇ ਆ, ਆਪਾਂ ਟਾਰਗੇਟ ਲੈਂਗੁਏਜ ਦੇ ਵਿੱਚ ਹੀ ਸਾਰਾ ਕੁਝ ਬੱਚੇ ਨੂੰ ਸਮਝਾਉਂਦੇ ਹੈਗੇ ਆ। ਆਪਾਂ ਇਹਦੇ ਵਿੱਚ ਕੋਈ ਪੰਜਾਬੀ ਦੀ ਵਰਤੋਂ ਨਹੀਂ ਕਰਦੇ, ਨਾ ਕਿਸੇ ਹੋਰ ਦੂਜੀ ਭਾਸ਼ਾ ਦੀ ਵਰਤੋਂ ਕਰਦੇ ਆ, ਸਿਰਫ ਤੇ ਸਿਰਫ ਇੱਕੋ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਓਰਲ ਟੀਚਿੰਗ ਪ੍ਰੋਸੀਡ any form of English language teaching and ਇਹ essential feature ਹੈਗਾ ਆ direct method ਦਾ। ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਹੈ। ਗ੍ਰਾਮਰ ਟ੍ਰਾਂਸਲੇਸ਼ਨ ਮੈਥਡ ਦੇ ਵਿੱਚ ਆਪਾਂ ਕੀ ਕਰਦੇ ਹੈਗੇ ਆ, ਆਪਾਂ ਟ੍ਰਾਂਸਲੇਸ਼ਨ ਦੀ ਮਦਦ ਕਰਦੇ ਆ। ਜਿਵੇਂ ਪਹਿਲਾਂ ਵਾਲੇ ਟਾਈਮ ਦੇ ਵਿੱਚ ਜੇਕਰ ਤੁਸੀਂ 10 ਸਾਲ ਪਹਿਲਾਂ ਪੜ੍ਹੇ ਹੋ ਤਾਂ ਤੁਹਾਡੇ ਜਿਹੜੇ ਟੀਚਰ ਸੀਗੇ ਜੀ ਇਸ ਮੈਥਡ ਦੀ ਵਰਤੋਂ ਕਰਦੇ ਸੀਗੇ ਕਿ ਜੋ ਕੁਝ ਵੀ ਤੁਸੀਂ ਪੜ੍ਹ ਰਹੇ ਹੋ ਉਹਦੀ ਟ੍ਰਾਂਸਲੇਸ਼ਨ ਕੀਤੀ ਜਾਵੇ ਫਿਰ ਤੁਹਾਨੂੰ ਪੜ੍ਹਾਇਆ ਜਾਵੇ। ਬਾਇਲਿੰਗੁਅਲ ਮੈਥਡ ਦੇ ਵਿੱਚ ਦੋ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰੈਗਮੈਟਿਕ ਜਿਹੜਾ ਮੈਥਡ ਹੈਗਾ ਆ ਇਹ ਥੋੜਾ ਜਿਹਾ ਫਲੈਕਸੀਬਲ ਮੈਥਡ ਹੈਗਾ ਆ, ਇਹਦੇ ਵਿੱਚ ਬੱਚੇ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਆ। ਸੋ ਇਹ ਕੋਈ ਮੈਥਡ ਹੈ ਨਹੀਂ ਗ੍ਰਾਮਰ ਪੜਾਉਣ ਦਾ। ਸੋ ਆਪਸ਼ਨ ਨੰਬਰ ਤੁਹਾਡਾ ਸੀ ਜਵਾਬ ਬਿਲਕੁਲ ਸਹੀ ਹੈਗਾ ਜੀ। ਬਾਕੀ ਮੇਰੇ ਦੁਆਰਾ ਕੋਸ਼ਿਸ਼ ਕੀਤੀ ਜਾਊਗੀ ਇਹਦੀ ਮੈਂ ਇੱਕ ਸ਼ਾਰਟ ਵੀਡੀਓ ਬਣਾ ਦਵਾਂ ਜਿਹਦੇ ਵਿੱਚ ਤਿੰਨੇ ਮੈਥਡ ਨੂੰ ਡਿਟੇਲ ਵਿੱਚ ਸਮਝਾ ਦਵਾਂ। ਅਗਲਾ ਪ੍ਰਸ਼ਨ ਦੇਖੋ, ਅਗਲੇ ਪ੍ਰਸ਼ਨ ਦੇ ਵਿੱਚ ਪੁੱਛਿਆ ਕੀ ਜਾ ਰਿਹਾ, ਮਿਸਿਸ ਜੋਤਿਕਾ reintroduces previously taught vocabulary and structures wherever logical or possible in her classroom। ਸੋ ਜੋਤਿਕਾ ਦੁਆਰਾ ਕਿਹੜੀ ਅਪਰੋਚ ਦੇ ਵਰਤੋਂ ਕੀਤੀ ਜਾ ਰਹੀ ਹੈ? ਜੋਤਿਕਾ ਨਾਮ ਦੀ ਇੱਕ ਟੀਚਰ ਹੈਗੇ ਆ ਜਿਹੜੇ ਕਰ ਕੀ ਰਹੇ ਆ, ਜਿਨ੍ਹਾਂ ਨੇ ਕਲਾਸ ਵਿੱਚ ਉਹਨਾਂ ਦੁਆਰਾ ਪੜਾਇਆ ਜਾ ਰਿਹਾ, ਕਲਾਸ ਵਿੱਚ ਪੜਾਉਂਦੇ ਉਹ ਕੀ ਕਰ ਰਹੇ ਆ, ਜਿਹੜੀਆਂ ਚੀਜ਼ਾਂ ਉਹਨਾਂ ਨੇ ਪਹਿਲਾਂ ਪੜਾਈਆਂ ਸੀਗੀਆਂ ਉਹੀ ਸੇਮ ਚੀਜ਼ਾਂ ਦੁਬਾਰਾ ਤੋਂ ਦੁਹਰਾਈਆਂ ਜਾ ਰਹੀਆਂ ਨੇ। ਜਿੱਥੇ ਵੀ ਪੋਸੀਬਲ ਹੋ ਰਿਹਾ, ਜਿੱਥੇ ਵੀ ਉਹਨਾਂ ਨੂੰ ਲੱਗਦਾ ਆ ਕਿ ਮੈਨੂੰ ਇਹ ਚੀਜ਼ ਦੱਸਣੀ ਚਾਹੀਦੀ ਹੈ, ਉੱਥੇ ਉਹਨਾਂ ਚੀਜ਼ਾਂ ਨੂੰ ਦੁਹਰਾ ਰਹੇ ਆ ਜੋ ਚੀਜ਼ ਉਹ ਪਹਿਲਾਂ ਪੜਾ ਚੁੱਕੇ ਆ। ਸੋ ਇਹ ਜਿਹੜਾ ਮੈਥਡ ਉਹਨਾਂ ਦੁਆਰਾ ਵਰਤਿਆ ਜਾ ਰਿਹਾ ਜਾਂ ਫਿਰ ਜਿਹੜੀ ਅਪਰੋਚ ਉਹਨਾਂ ਦੁਆਰਾ ਵਰਤੀ ਜਾ ਰਹੀ ਹੈ ਉਸ ਅਪਰੋਚ ਦਾ ਨਾਮ ਦੱਸਣਾ ਆ ਤੁਸੀਂ। ਕੀ ਇਹ ਮਲਟੀਪਲ ਲਾਈਨ ਆਫ ਅਪਰੋਚ ਹੈ, ਸਿਚੁਏਸ਼ਨਲ ਅਪਰੋਚ ਹੈ, ਸਟਰਕਚਰਲ ਅਪਰੋਚ ਹੈ ਜਾਂ ਫਿਰ ਸਪਾਇਰਲ ਅਪਰੋਚ ਹੈ? ਸਹੀ ਜਵਾਬ ਦੀ ਆਪਾਂ ਗੱਲ ਕਰਾਂਗੇ। ਮੇਰੇ ਜੋ ਸਹੀ ਜਵਾਬ ਦੱਸਣ ਤੋਂ ਪਹਿਲਾਂ ਇਹਦਾ ਸਹੀ ਜਵਾਬ ਤੁਸੀਂ ਦੱਸ ਦਿਓ। ਸਹੀ ਜਵਾਬ ਹੈਗਾ ਜੀ ਇਹ ਹੈ ਸਪਾਇਰਲ ਅਪਰੋਚ। ਸਪਾਇਰਲ ਅਪਰੋਚ ਦੇ ਵਿੱਚ ਆਪਾਂ ਕੀ ਕਰਦੇ ਹੈਗੇ ਆ, ਸਿਚੁਏਸ਼ਨ ਦੇ ਅਕੋਰਡਿੰਗ ਜਿਹੜੀਆਂ ਚੀਜ਼ਾਂ ਪਹਿਲਾਂ ਪੜਾਈਆਂ ਹੁੰਦੀਆਂ ਨੇ ਕਰੰਟ ਸਿਚੁਏਸ਼ਨ ਦੇ ਵਿੱਚ ਆਪਾਂ ਉਹਨਾਂ ਚੀਜ਼ਾਂ ਦੀ ਦੁਹਰਾਈ ਕਰਵਾ ਦਿੰਨੇ ਆ ਐਂਡ ਨਵੀਆਂ ਚੀਜ਼ਾਂ ਵੀ ਦੱਸਦੇ ਰਹਿੰਦੇ ਆ। ਸੋ ਇਹ ਜਿਹੜੀ ਅਪਰੋਚ ਹੈਗੀ ਆ ਕੁਝ ਇਸ ਤਰ੍ਹਾਂ ਚੱਲਦੀ ਰਹਿੰਦੀ ਆ। ਸੋ ਇਹਨੂੰ ਤੁਸੀਂ ਸਪਾਇਰਲ ਅਪਰੋਚ ਕਹਿੰਦੇ ਹੋ। ਸਟਰਕਚਰਲ ਅਪਰੋਚ ਦੇ ਵਿੱਚ ਆਪਾਂ ਬੱਚਿਆਂ ਨੂੰ ਸੈਂਟੈਂਸ ਫਾਰਮੇਸ਼ਨ ਬਾਰੇ ਦੱਸਦੇ ਹੈਗੇ ਆ ਐਂਡ ਦੱਸਦੇ ਆ ਕਿ ਜਿਹੜਾ ਸੈਂਟੈਂਸ ਹੈਗਾ ਆ ਤੁਸੀਂ ਉਹਦਾ ਸਟਰਕਚਰ ਕਿਵੇਂ ਬਣਾਉਣਾ ਹੈਗਾ ਆ। ਗ੍ਰਾਮਰ ਦੇ ਰੂਲ ਇਹਦੇ ਵਿੱਚ ਆ ਜਾਂਦੇ ਹੈਗੇ ਆ। ਸਿਚੁਏਸ਼ਨਲ ਅਪਰੋਚ ਦੇ ਵਿੱਚ ਆਪਾਂ ਬੱਚਿਆਂ ਨੂੰ ਜਦੋਂ ਪੜਾਉਨੇ ਆ ਇਸ ਅਪਰੋਚ ਦੇ ਵਿੱਚ ਆਪਾਂ ਸਿਚੁਏਸ਼ਨ ਦੇ ਅਕੋਰਡਿੰਗ ਰੀਅਲ ਲਾਈਫ ਸਿਚੁਏਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਬੱਚਿਆਂ ਤੋਂ ਸੈਂਟੈਂਸ ਵਗੈਰਾ ਬਣਾਉਨੇ ਆ। ਸੋ
ਸਿਚੁਏਸ਼ਨਲ ਅਪਰੋਚ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ। ਮਲਟੀਪਲ ਲਾਈਨ ਆਫ ਅਪਰੋਚ ਦੇ ਵਿੱਚ ਇੱਥੇ ਨਾਮ ਦੇ ਵਿੱਚ ਹੀ ਮਲਟੀਪਲ ਆ ਰਿਹਾ, ਸੋ ਟੀਚਰ ਕਾਫੀ ਸਾਰੇ ਮੈਥਡ ਦੀ ਵਰਤੋਂ ਕਰਦਾ ਆ। ਸੋ ਆਪਸ਼ਨ ਨੰਬਰ ਇੱਥੇ ਜਵਾਬ ਹੋ ਗਿਆ ਜੀ ਤੁਹਾਡਾ ਡੀ ਜਵਾਬ ਸਹੀ ਆ। ਅਗਲੀਆਂ ਆਪਸ਼ਨਾਂ ਨੂੰ ਵੀ ਵੇਖ ਲੈਣੇ ਆ। ਤੀਸਰਾ ਪ੍ਰਸ਼ਨ ਹੈਗਾ ਆ, ਇਨ ਵਿਚ ਆਫ ਦਾ ਫੋਲੋਇੰਗ ਇਜ਼ ਲੈਂਗੁਏਜ ਕੰਸੀਡਰਡ ਐਜ਼ ਅ ਕੋਗਨੀਟਿਵ ਹੋਲ ਵੇਅਰ context is important and meaning is more important than form। ਗੱਲ ਕੀਤੀ ਜਾ ਰਹੀ ਹੈ ਭਾਸ਼ਾ ਦੇ ਕਿ ਭਾਸ਼ਾ ਪੜਾਉਂਦੇ ਟਾਈਮ ਕਿਹੜੀ ਚੀਜ਼ ਜਾਂ ਕਿਹੜੀ ਆਪਸ਼ਨ ਸਹੀ ਹੋਵੇਗੀ ਜਿੱਥੇ ਜਿਹੜਾ ਕੰਟੈਕਸਟ ਹੋਊਗਾ ਜੀ ਇੰਪੋਰਟੈਂਟ ਹੋਊਗਾ ਐਂਡ ਮੀਨਿੰਗ ਜਿਹੜਾ ਹੋਊਗਾ ਉਹ ਵੀ ਜ਼ਿਆਦਾ ਇੰਪੋਰਟੈਂਟ ਹੋਊਗਾ। ਕਮਿਊਨੀਕੇਟਿਵ ਅਪਰੋਚ ਟੈਸਟਿੰਗ, ਕੰਟੈਕਸਟ ਅਪਰੋਚ ਟੈਸਟਿੰਗ, ਇੰਟੀਗ੍ਰੇਟਿਵ ਟੈਸਟਿੰਗ, ਸਟਰਕਚਰਲ ਟੈਸਟਿੰਗ। ਇਹਦੇ ਸਹੀ ਜਵਾਬ ਦੀ ਗੱਲ ਕਰਾਂਗੇ। ਇਹਦਾ ਜਿਹੜਾ ਸਹੀ ਜਵਾਬ ਹੈਗਾ ਜੀ ਉਹ ਹੈਗਾ ਜੀ ਇੰਟੀਗ੍ਰੇਟਿਵ ਟੈਸਟਿੰਗ। ਇਸ ਕੇਸ ਦੇ ਵਿੱਚ ਅਸੀਂ ਲੈਂਗੁਏਜ ਨੂੰ ਐਜ਼ ਅ ਹੋਲ ਕੰਸੀਡਰ ਕਰਦੇ ਹੈਗੇ ਆ, ਭਾਵ ਇਹ ਕਿ ਲੈਂਗੁਏਜ ਦੇ ਜਿੰਨੇ ਵੀ ਐਸਪੈਕਟਸ ਹੁੰਦੇ ਆ, ਜਿਵੇਂ LSRW ਦੀ ਗੱਲ ਕਰਦੇ ਆ, ਰੀਡਿੰਗ, ਰਾਈਟਿੰਗ, ਸਪੀਕਿੰਗ, ਲਿਸਨਿੰਗ, ਇਹਨਾਂ ਸਾਰੇ ਐਸਪੈਕਟਸ ਦੀ ਗੱਲ ਕਰਦੇ ਆ। ਐਜ਼ ਅ ਹੋਲ ਪਾਰਟ ਅਸੀਂ ਮੀਨਿੰਗ ਤੇ ਜ਼ਿਆਦਾ ਫੋਕਸ ਕਰਦੇ ਹੈਗੇ ਆ ਇੰਡੀਵਿਜੂਅਲ ਰੂਲਸ ਦੀ ਬਜਾਏ। ਸੋ ਇਸ ਕਰਕੇ ਇੰਟੀਗ੍ਰੇਟਿਵ ਟੈਸਟਿੰਗ ਇਹਦਾ ਸਹੀ ਜਵਾਬ ਹੈ ਐਂਡ ਇਸ ਜਵਾਬ ਤੇ ਤੁਸੀਂ ਲਗਾ ਲੈਣੀ ਹੈ ਟਿਕ। ਚਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਆ, ਮਿਸਟਰ ਰਾਓ ਨਾਮ ਦੇ ਇੱਕ ਤੁਹਾਨੂੰ ਟੀਚਰ ਦੇਖਣ ਨੂੰ ਮਿਲ ਰਹੇ ਆ ਜਿਹੜੇ ਕਿ ਇਨਸਿਸਟ ਕਰ ਰਹੇ ਆ ਕਿ ਜਿਹੜੀ ਗ੍ਰਾਮਰ ਹੈਗੀ ਆ, that the grammar of use the grammar is in operation should be taught to the learners in a language class। ਕਿ ਭਾਸ਼ਾ ਦੀ ਕਲਾਸ ਦੇ ਵਿੱਚ ਗ੍ਰਾਮਰ ਦੇ ਜਿਹੜੇ ਰੂਲਸ ਹੈਗੇ ਆ ਲੈਂਗੁਏਜ ਦੀ ਕਲਾਸ ਵਿੱਚ ਆਪਾਂ ਨੂੰ ਪੜਾਉਣੇ ਚਾਹੀਦੇ ਆ। ਸੋ ਇਹ ਜਿਹੜੀ ਗ੍ਰਾਮਰ ਹੈਗੀ ਆ, ਕਿਹੜੀ ਗ੍ਰਾਮਰ ਦੀ ਗੱਲ ਕੀਤੀ ਜਾ ਰਹੀ ਹੈ? ਫੰਕਸ਼ਨਲ ਗ੍ਰਾਮਰ ਦੀ, ਫਾਰਮੈਟਿਵ ਗ੍ਰਾਮਰ ਦੀ, ਫਾਰਮਲ ਗ੍ਰਾਮਰ ਦੀ ਜਾਂ ਫਿਰ ਇੰਟੀਗ੍ਰੇਟਿਵ ਗ੍ਰਾਮਰ ਦੀ? ਗੱਲ ਕਰ ਲੈਣੇ ਆ ਸਹੀ ਜਵਾਬ ਦੀ। ਫੰਕਸ਼ਨਲ ਗ੍ਰਾਮਰ ਤੁਹਾਡਾ ਸਹੀ ਜਵਾਬ ਹੈ। ਕਿਉਂ ਸਹੀ ਜਵਾਬ ਹੈ ਜੀ? ਕਿਉਂਕਿ ਫੰਕਸ਼ਨਲ ਗ੍ਰਾਮਰ ਦੇ ਵਿੱਚ ਆਪਾਂ ਫੋਕਸ ਕਰਦੇ ਹਾਂ ਕਿ ਜਿਹੜੀ ਭਾਸ਼ਾ ਹੋਊਗੀ ਇਹਨੂੰ ਆਪਾਂ ਅਸਲ ਜ਼ਿੰਦਗੀ ਦੇ ਵਿੱਚ, ਅਸਲ ਸਿਚੁਏਸ਼ਨਾਂ ਦੇ ਵਿੱਚ ਇਹਦੀ ਵਰਤੋਂ ਕਰਨੀ ਕਿਵੇਂ ਆ। ਕਮਿਊਨੀਕੇਸ਼ਨ ਕਰਨ ਤੇ ਆਪਾਂ ਜ਼ਿਆਦਾ ਧਿਆਨ ਦਿੰਨੇ ਆ ਫਾਰਮਲ ਰੂਲਸ ਦੀ ਬਜਾਏ। ਇੱਥੇ ਇਹਨਾਂ ਨੇ ਗ੍ਰਾਮਰ ਇਨ ਆਪਰੇਸ਼ਨ ਦੀ ਵੀ ਗੱਲ ਕੀਤੀ ਹੈ ਨਾ, ਸੋ ਮਤਲਬ ਅਸਲ ਜ਼ਿੰਦਗੀ ਦੀ ਇੱਥੇ ਇਹਨਾਂ ਨੇ ਗੱਲ ਕੀਤੀ ਆ। ਫੰਕਸ਼ਨਲ ਗ੍ਰਾਮਰ ਦੇ ਵਿੱਚ ਹੀ ਇਹਦੇ ਵਿੱਚ ਜਿਹੜਾ ਸਹੀ ਜਵਾਬ ਹੈਗਾ ਜੀ ਉਹ ਆ ਜਾਣਾ ਆ ਕਿ ਰੀਅਲ ਲਾਈਫ ਸਿਚੁਏਸ਼ਨ ਦੇ ਵਿੱਚ ਆਪਾਂ ਫੋਕਸ ਕਰਦੇ ਹੈਗੇ ਆ ਕਿ ਭਾਸ਼ਾ ਦੀ ਵਰਤੋਂ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਸੋ ਆਪਸ਼ਨ ਨੰਬਰ ਏ ਜਿਹੜਾ ਜਵਾਬ ਹੈਗਾ ਜੀ ਤੁਸੀਂ ਇਹਨੂੰ ਲਗਾ ਲਿਓ ਟਿਕ। ਅਗਲਾ ਪ੍ਰਸ਼ਨ ਦੇਖੋ। ਅਗਲੇ ਪ੍ਰਸ਼ਨ ਦੇ ਵਿੱਚ ਪੁੱਛਿਆ ਜਾ ਰਿਹਾ, ਇਫ ਅ ਲਰਨਰ ਮੇਕਸ ਮਿਸਟੇਕ ਐਂਡ ਕਰੈਕਟ ਹਿਮਸੈਲਫ। ਆਪਣੇ ਵਰਗੇ ਸਿਖਿਆਰਥੀ ਨੇ ਜਾਂ ਫਿਰ ਕਲਾਸ ਵਿੱਚ ਕੁਝ ਬੱਚੇ ਨੇ ਜਿਹੜੇ ਕਿ ਗਲਤੀਆਂ ਕਰਦੇ ਨੇ ਐਂਡ ਖੁਦ ਨੂੰ ਸਹੀ ਕਰ ਲੈਂਦੇ ਆ। ਸੋ ਉਹਨਾਂ ਦੁਆਰਾ ਜਿਹੜੀਆਂ ਗਲਤੀਆਂ ਕੀਤੀਆਂ ਜਾ ਰਹੀਆਂ ਨੇ, ਇਹ ਕਿਸ ਤਰ੍ਹਾਂ ਦੀਆਂ ਗਲਤੀਆਂ ਉਹਨਾਂ ਦੁਆਰਾ ਕੀਤੀਆਂ ਜਾ ਰਹੀਆਂ ਨੇ? ਕੀ ਤੁਸੀਂ ਇਹਨਾਂ ਨੂੰ ਪ੍ਰੀ ਸਿਸਟਮੈਟਿਕ ਐਰਰਸ ਕਹਿੰਦੇ ਹੋ, ਸਿਸਟਮੈਟਿਕ ਐਰਰਸ, ਪੋਸਟ ਸਿਸਟਮੈਟਿਕ ਐਰਰਸ ਜਾਂ ਫਿਰ ਐਰਰਸ ਆਫ ਸਿਲੈਕਸ਼ਨ? ਸਹੀ ਜਵਾਬ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇੱਥੇ ਜਿਹੜੇ ਸਿਖਿਆਰਥੀ ਨੇ ਉਹਨਾਂ ਦੁਆਰਾ ਗਲਤੀਆਂ ਕੀਤੀਆਂ ਜਾ ਰਹੀਆਂ ਨੇ, ਮਤਲਬ ਇਹ ਕਿ ਉਹਨਾਂ ਨੂੰ ਰੂਲਸ ਦਾ ਪਤਾ ਆ ਬਟ ਕਦੇ ਕਦਾਈ ਥੋੜੇ ਜਿਹੇ ਕਨਫਿਊਜ਼ ਹੋ ਜਾ ਰਹੇ ਆ ਬੱਚੇ, ਤੇ ਉਹ ਗਲਤੀਆਂ ਕਰਨ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੋ ਰਿਹਾ, ਰਿਅਲਾਈਜ਼ ਹੋ ਰਿਹਾ ਕਿ ਅੱਛਾ ਵੀ ਆਹ ਵਾਲਾ ਰੂਲ ਮੈਂ ਗਲਤ ਲਿਖ। ਸੋ ਇਸ ਤਰ੍ਹਾਂ ਦੀਆਂ ਗਲਤੀਆਂ ਨੂੰ ਤੁਸੀਂ ਕਹਿੰਦੇ ਹੋ ਜੀ ਪੋਸਟ ਸਿਸਟਮੈਟਿਕ ਐਰਰਸ। ਆਪਸ਼ਨ ਨੰਬਰ ਸੀ ਜਿਹੜਾ ਜਵਾਬ ਹੈਗਾ ਜੀ ਇਹ ਤੁਹਾਡਾ ਜਵਾਬ ਸਹੀ ਹੋਵੇਗਾ, ਕਿਉਂਕਿ ਲਰਨਰਸ ਨੂੰ ਰੂਲਸ ਦਾ ਪਤਾ ਆ ਬਟ ਕਦੇ ਕਦਾਈ ਉਹਦੇ ਦੁਆਰਾ ਗਲਤੀਆਂ ਕਰ ਦਿੱਤੀਆਂ ਜਾਂਦੀਆਂ ਨੇ। ਪ੍ਰੀ ਸਿਸਟਮੈਟਿਕ ਦੇ ਵਿੱਚ ਜਦੋਂ ਬੱਚੇ ਨੂੰ ਨਾ ਤਾਂ ਰੂਲਸ ਦਾ ਪਤਾ ਆ ਬਟ ਉਹਦੇ ਦੁਆਰਾ ਗਲਤੀਆਂ ਵੀ ਕੀਤੀਆਂ ਜਾ ਰਹੀਆਂ ਨੇ। ਸਿਸਟਮੈਟਿਕ ਐਰਰਸ ਜਦੋਂ ਜਿਹੜਾ ਬੱਚਾ ਆ ਉਹਨੂੰ ਰੂਲਸ ਦਾ ਪਤਾ ਹੀ ਨਹੀਂ ਆ, ਉਹਨੂੰ ਤੁਸੀਂ ਸਿਸਟਮੈਟਿਕ ਐਰਰਸ ਕਹਿ ਸਕਦੇ ਹੋ। ਸੋ ਸਹੀ ਜਵਾਬ ਤੇ ਟਿਕ ਕਰ ਲਿਓ, ਪੋਸਟ ਸਿਸਟਮੈਟਿਕ ਐਰਰਸ ਇੱਥੇ ਤੁਹਾਡਾ ਸਹੀ ਜਵਾਬ ਆਏਗਾ। ਅਗਲਾ ਪ੍ਰਸ਼ਨ ਦੇਖ ਲਓ, ਵਿਚ ਸਟ੍ਰੈਟਜੀ ਆਫ ਪ੍ਰੋਸੈਸਿੰਗ ਡਜ਼ ਦ ਲਿਸਨਰ ਯੂਜ਼ ਵੈਨ ਹੀ ਜਾਂ ਫਿਰ ਸ਼ੀ ਡਿਪੈਂਡਸ ਔਨ ਦ ਰਿਸੀਵਡ ਇਨਫੋਰਮੇਸ਼ਨ ਟੂ ਅੰਡਰਸਟੈਂਡ ਦ ਮੀਨਿੰਗ। ਕਿ ਬੱਚੇ ਦੁਆਰਾ ਕਿਹੜੀ ਸਟ੍ਰੈਟਜੀ ਦੀ ਵਰਤੋਂ ਕੀਤੀ ਜਾਏਗੀ ਜਦੋਂ ਬੱਚਾ ਸੁਣ ਰਿਹਾ ਆ ਐਂਡ ਉਹ ਨਿਰਭਰ ਹੈਗਾ ਆ ਜਿਹੜੀ ਵੀ ਉਹਨੂੰ ਜਾਣਕਾਰੀ ਰਿਸੀਵ ਹੋਈ ਹੈ। ਸੋ ਤੁਸੀਂ ਕਿਹੜੀ ਸਟ੍ਰੈਟਜੀ ਦਾ ਨਾਮ ਦੋਗੇ? ਕੀ ਇਹ ਬਾਟਮ ਅਪ ਪ੍ਰੋਸੈਸਿੰਗ ਹੈ, ਟਾਪ ਡਾਊਨ ਪ੍ਰੋਸੈਸਿੰਗ ਹੈ, ਬਾਟਮ ਡਾਊਨ ਪ੍ਰੋਸੈਸਿੰਗ ਹੈ ਜਾਂ ਫਿਰ ਟਾਪ ਅਪ ਪ੍ਰੋਸੈਸਿੰਗ ਹੈ? ਆਪਣੇ ਅੰਗਰੇਜ਼ੀ ਦੇ ਵਿੱਚ ਆਪਸ਼ਨ ਨੰਬਰ ਸੀ ਤੇ ਡੀ ਕੋਈ ਆਪਸ਼ਨ ਹੁੰਦੀ ਨਹੀਂ ਹੈ, ਸੋ ਆਪਸ਼ਨਾਂ ਰਹਿ ਗਈਆਂ ਏ ਤੇ ਬੀ। ਇਹਨਾਂ ਵਿੱਚ ਦੱਸੋ ਕਿਹੜਾ ਜਵਾਬ ਸਹੀ ਹੋਊਗਾ? ਸਹੀ ਜਵਾਬ ਦੀ ਜੇਕਰ ਗੱਲ ਕਰੀਏ ਤਾਂ ਬਾਟਮ ਅਪ ਪ੍ਰੋਸੈਸਿੰਗ ਤੁਹਾਡਾ ਸਹੀ ਜਵਾਬ ਹੋਊਗਾ, ਕਿਉਂਕਿ ਜਿਹੜਾ ਸਟੂਡੈਂਟ ਹੈਗਾ ਆ ਉਹ ਡਿਪੈਂਡੈਂਟ ਹੈਗਾ ਆ, ਉਹ ਕੀ ਕਰ ਰਿਹਾ? ਡਿਕੋਡਿੰਗ ਕਰ ਰਿਹਾ ਇੰਡੀਵਿਜੂਅਲ ਸਾਊਂਡਸ ਨੂੰ, ਫਿਰ ਵਰਡਸ ਨੂੰ, ਫਿਰ ਸੈਂਟੈਂਸ ਨੂੰ, ਫਿਰ ਉਹਦਾ ਮੀਨਿੰਗ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਤੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਬਾਟਮ ਅਪ ਪ੍ਰੋਸੈਸਿੰਗ ਦੇ ਵਿੱਚ। ਟਾਪ ਡਾਊਨ ਪ੍ਰੋਸੈਸਿੰਗ ਦੀ ਗੱਲ ਕਰੀਏ ਤਾਂ ਜਿਹੜਾ ਸਟੂਡੈਂਟ
ਸਟੂਡੈਂਟ ਹੋਏਗਾ ਉਹ ਬੈਕਗਰਾਉਂਡ ਨੌਲੇਜ ਦੀ ਵਰਤੋਂ ਕਰੇਗਾ ਜਾਂ ਫਿਰ ਉਹਨੂੰ ਕੁਝ ਹੱਦ ਤੱਕ ਥੋੜੀ ਬਹੁਤ ਜਾਣਕਾਰੀ ਹੋਣੀ ਹੈ, ਸੋ ਉਸ ਦੇ ਨਾਲ ਉਹ ਅੰਦਾਜ਼ਾ ਵੀ ਲਗਾ ਸਕਦਾ ਆ। ਸੋ ਬਟ ਇੱਥੇ ਜੇ ਗੱਲ ਕਰੀਏ ਤਾਂ ਜਿਹੜੀ ਜਾਣਕਾਰੀ ਆਪਾਂ ਨੂੰ ਦਿੱਤੀ ਹੋਈ ਆ ਕੁਐਸਚਨ ਦੇ ਵਿੱਚ, ਉਸ ਅਕੋਰਡਿੰਗ ਆਪਸ਼ਨ ਨੰਬਰ ਏ ਜਵਾਬ ਤੁਹਾਡਾ ਸਹੀ ਹੈ। ਅਗਲਾ ਪ੍ਰਸ਼ਨ ਦੇਖੋ, ਵਾਈ ਇਜ਼ ਮਲਟੀਲਿੰਗੁਅਲਿਜ਼ਮ ਵਿਊਡ ਐਜ਼ ਅ ਪਾਵਰਫੁਲ ਟੂਲ ਇਨ ਅ ਲੈਂਗੁਏਜ ਕਲਾਸਰੂਮ? ਕਿ ਇੱਕ ਬੱਚਾ ਜਾਂ ਫਿਰ ਬਹੁ ਭਾਸ਼ਾਵਾਂ ਬੋਲਣ ਵਾਲਾ ਕੋਈ ਵੀ ਪਰਸਨ ਹੈ ਜਾਂ ਫਿਰ ਬਹੁ ਭਾਸ਼ਾਵਾਦ ਨੂੰ ਇੱਕ ਪਾਵਰਫੁਲ ਹਥਿਆਰ ਦੇ ਵਜੋਂ ਕਿਉਂ ਵੇਖਿਆ ਜਾਂਦਾ ਭਾਸ਼ਾ ਦੀ ਕਲਾਸ ਦੇ ਵਿੱਚ? ਇਟ enables the language teacher to complete the work in an efficient way। ਕਿ ਇਹ enable ਕਰਦਾ ਆ ਭਾਸ਼ਾ ਦੇ ਟੀਚਰ ਨੂੰ ਕਿ ਉਹ ਆਪ ਦਾ ਕੰਮ ਵਧੀਆ ਤਰੀਕੇ ਨਾਲ ਕਰ ਸਕਣ, ਜਾਂ ਫਿਰ ਇਟ enables the language teacher to increase their knowledge। ਕਿ ਇਹ enable ਕਰੇਗਾ ਭਾਸ਼ਾ ਦੇ ਟੀਚਰ ਨੂੰ ਕਿ ਉਹ ਆਪ ਦੀ ਜਿਹੜੀ ਨੌਲੇਜ ਹੈਗੀ ਆ ਉਹਦੇ ਵਿੱਚ ਵਾਧਾ ਕਰ ਸਕਣ। ਜਾਂ ਫਿਰ ਆਪਸ਼ਨ ਨੰਬਰ ਸੀ, ਇਟ enables the learner to interact with a cross section of people of various linguistic groups। ਕਿ ਡਿਫਰੈਂਟ ਕਲਚਰਲ ਬੈਕਗ੍ਰਾਉਂਡ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਜਾਂ ਫਿਰ ਜਿਨ੍ਹਾਂ ਦਾ ਡਾਈਵਰਸ ਗਰੁੱਪ ਹੈਗਾ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਊਗੀ। ਜਾਂ ਫਿਰ ਆਪਸ਼ਨ ਨੰਬਰ ਡੀ, ਇਟ enables the learners to pay more attention in the language class। ਆਪਸ਼ਨ ਨੰਬਰ ਜਿਹੜਾ ਤੁਹਾਡਾ ਸੀ ਹੈ ਜੀ, ਇਹੀ ਤੁਹਾਡਾ ਸਹੀ ਜਵਾਬ ਹੋਊਗਾ ਕਿ ਇਹਦੇ ਨਾਲ ਜੇਕਰ ਬਹੁ ਭਾਸ਼ਾਵਾਦ ਜਾਂ ਫਿਰ ਬਹੁਤ ਭਾਸ਼ਾਵਾਂ ਆਉਂਦੀਆਂ ਨੇ ਤੇ ਇਹਦੇ ਨਾਲ ਜਿਹੜਾ ਲਰਨਰ ਹੋਏਗਾ ਇੰਟਰੈਕਟ ਕਰ ਸਕਦਾ ਆ ਕ੍ਰਾਸ ਸੈਕਸ਼ਨ ਆਫ ਪੀਪਲ ਦੇ ਨਾਲ, ਵੱਖਰੇ ਵੱਖਰੇ ਕਲਚਰ ਦੇ ਨਾਲ ਜਿਹੜੇ ਲੋਕ ਬਿਲੋਂਗ ਕਰਦੇ ਨੇ, ਲਿੰਗੁਇਸਟਿਕ ਗਰੁੱਪਸ ਨਾਲ ਬਿਲੋਂਗ ਕਰਦੇ ਨੇ, ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। 8ਵਾਂ ਪ੍ਰਸ਼ਨ ਦੇਖ ਲੈਣੇ ਆ ਜੀ, ਕੈਰੈਕਟਰਿਸਟਿਕਸ ਆਫ ਐਨ ਐਕਸੈਪਟਡ ਟੀਚਿੰਗ ਮਾਡਲ ਆਫ ਇੰਗਲਿਸ਼ ਆਰ। ਸਟੈਟਿਕ ਬੇਸਡ ਪ੍ਰਸ਼ਨ ਕਹਿ ਸਕਦੇ ਹੋ ਬਟ ਮੈਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ। ਇੰਟੈਲੀਜਿਬਿਲਿਟੀ, ਸੋਸ਼ਲ ਐਕਸੈਪਟੇਬਿਲਿਟੀ ਐਂਡ ਟੀਚੇਬਿਲਿਟੀ। ਆਪਸ਼ਨ ਨੰਬਰ ਬੀ, ਲਰਨੇਬਿਲਿਟੀ, ਇੰਟੈਲੀਜਿਬਿਲਿਟੀ, ਸੋਸ਼ਲ ਐਕਸੈਪਟੇਬਿਲਿਟੀ। ਥਰਡ ਨੰਬਰ ਤੇ ਵੇਰੀਏਬਿਲਿਟੀ, ਲਰਨੇਬਿਲਿਟੀ, ਟੀਚੇਬਿਲਿਟੀ। ਆਪਸ਼ਨ ਨੰਬਰ ਡੀ, ਵੇਰੀਏਬਿਲਿਟੀ, ਇੰਟੈਲੀਜਿਬਿਲਿਟੀ ਐਂਡ ਟੀਚੇਬਿਲਿਟੀ। ਸੋ ਤੁਹਾਨੂੰ ਕੀ ਲੱਗਦਾ ਆ ਕਿ ਇੱਕ ਜਿਹੜਾ ਐਕਸੈਪਟਡ ਟੀਚਿੰਗ ਮਾਡਲ ਜਾਂ ਫਿਰ ਬਹੁਤ ਵਧੀਆ ਜਿਹੜਾ ਟੀਚਿੰਗ ਮਾਡਲ ਹੈਗਾ ਜੀ ਉਹ ਕਿਹੋ ਜਿਹਾ ਹੋਣਾ ਚਾਹੀਦਾ ਆ? ਸੋ ਸਭ ਤੋਂ ਪਹਿਲਾਂ ਜਿਹੜਾ ਟੀਚਿੰਗ ਮਾਡਲ ਹੋਣਾ ਚਾਹੀਦਾ ਆ ਕਿ ਉਹ ਈਜ਼ੀ ਟੂ ਲਰਨ ਹੋਣਾ ਚਾਹੀਦਾ ਆ, ਵੀ ਉਹਨੂੰ ਯਾਦ ਕੀਤਾ ਜਾ ਸਕੇ, ਵਧੀਆ ਤਰੀਕੇ ਨਾਲ ਸਿੱਖਿਆ ਜਾ ਸਕੇ। ਸੋ ਆਪਸ਼ਨ ਨੰਬਰ ਬੀ ਵੇਖੋ, ਈਜ਼ੀ ਟੂ ਲਰਨ ਹੋਣਾ ਚਾਹੀਦਾ ਆ। ਇਸ ਤੋਂ ਇਲਾਵਾ ਉਹਦੇ ਵਿੱਚ ਕੀ ਹੋਣਾ ਚਾਹੀਦਾ ਆ? ਇੰਟੈਲੀਜੀਬਲ, ਮਤਲਬ ਕਿ ਕਲੀਅਰ ਹੋਣਾ ਚਾਹੀਦਾ, ਆਪਾਂ ਨੂੰ ਸਮਝ ਲੱਗ ਜੇ। ਤੇ ਉਸ ਤੋਂ ਬਾਅਦ ਸੋਸ਼ਲੀ ਐਕਸੈਪਟੇਬਲ ਵੀ ਹੋਣਾ ਚਾਹੀਦਾ ਆ। ਇਹਦਾ ਮਤਲਬ ਇਹ ਹੈ ਕਿ ਕਲਚਰਲ ਜਿਹੜੇ ਨੋਰਮਸ ਹੈਗੇ ਆ ਪ੍ਰੈਜ਼ੈਂਟ ਟਾਈਮ ਦੇ ਵਿੱਚ ਉਹ ਲੋਕਾਂ ਦੁਆਰਾ ਐਕਸੈਪਟ ਵੀ ਕੀਤਾ ਜਾਣਾ ਚਾਹੀਦਾ ਆ। ਸੋ ਆਪਸ਼ਨ ਨੰਬਰ ਜਿਹੜਾ ਬੀ ਹੈ ਕਿ ਸੋਸ਼ਲ ਐਕਸੈਪਟੇਬਿਲਿਟੀ, ਇੰਟੈਲੀਜਿਬਿਲਿਟੀ, ਲਰਨੇਬਿਲਿਟੀ, ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਸਹੀ ਲਗਾ ਦੋਗੇ। ਤੇ ਅਗਲਾ ਪ੍ਰਸ਼ਨ ਵੇਖੋ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਮੂਵੇਬਲ ਆਰਗਨ ਆਫ ਸਪੀਚ। ਭਾਸ਼ਾ ਨੂੰ ਬੋਲਣ ਲੱਗਿਆਂ ਜਾਂ ਫਿਰ ਜਦੋਂ ਵੀ ਆਪਾਂ ਬੋਲਦੇ ਹੈਗੇ ਆ, ਆਪਣੇ ਲਿਪਸ, ਆਪਣੀ ਟੰਗ, ਯੂਵੁਲਾ, ਲੋਵਰ ਜॉ, ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਮੂਵ ਕਰਦੀਆਂ ਨੇ, ਕੁਝ ਚੀਜ਼ਾਂ ਨਹੀਂ ਵੀ ਮੂਵ ਕਰਦੀਆਂ ਨੇ। ਸੋ ਇੱਥੇ ਨਾਟ ਅ ਮੂਵੇਬਲ ਇਹੋ ਜਿਹਾ ਕਿਹੜਾ ਆਰਗਨ ਹੈਗਾ ਆ ਜਦੋਂ ਤੁਸੀਂ ਬੋਲਦੇ ਹੋ ਉਹ ਨਹੀਂ ਮੂਵ ਕਰਦਾ? ਕੀ ਉਹ ਲਿਪਸ ਨੇ? ਕੀ ਉਹ ਨੇਜ਼ਲ ਕੈਵਿਟੀ ਹੈ? ਯੂਵੁਲਾ, ਲੋਵਰ ਜॉ। ਸੋ ਇੱਥੇ ਨੇਜ਼ਲ ਜਿਹੜੀ ਕੈਵਿਟੀ ਹੈਗੀ ਆ ਜੀ, ਇਹ ਚੀਜ਼ ਮੂਵ ਨਹੀਂ ਕਰਦੀ। ਬਾਕੀ ਦੀਆਂ ਸਾਰੀਆਂ ਚੀਜ਼ਾਂ ਭਾਵੇਂ ਲਿਪਸ ਹੋਵੇ, ਯੂਵੁਲਾ ਹੋਵੇ, ਲੋਵਰ ਜॉ, ਸਾਰੀਆਂ ਚੀਜ਼ਾਂ ਮੂਵ ਕਰਦੀਆਂ ਨੇ ਬਟ ਨੇਜ਼ਲ ਕੈਵਿਟੀ ਨਹੀਂ ਮੂਵ ਕਰਦੀ। ਸੋ ਆਪਸ਼ਨ ਨੰਬਰ ਜਿਹੜਾ ਬੀ ਹੈਗਾ ਜੀ, ਇਹ ਤੁਹਾਡਾ ਜਵਾਬ ਸਹੀ ਹੈ। ਅਗਲਾ ਪ੍ਰਸ਼ਨ ਦੇਖ ਲਓ, ਦ ਸਿਸਟਮ ਆਫ ਪੈਟਰਨਸ ਆਫ ਅਰੇਂਜਮੈਂਟ ਔਰ ਸੈਂਟੈਂਸ ਸਟਰਕਚਰ ਇਜ਼ ਨੋਨ ਐਜ਼। ਇਹ ਮੈਂ ਕੱਲ ਵਾਲੀ ਵੀਡੀਓ ਵਿੱਚ ਵੀ ਸਮਝਾਇਆ ਸੀਗਾ ਕਿ ਇਹਦੇ ਵਿੱਚ ਤੁਹਾਡਾ ਸਹੀ ਜਵਾਬ ਕੀ ਹੋਊਗਾ? ਕੀ ਇਹਦਾ ਜਵਾਬ ਮੋਰਫੋਲੋਜੀ ਹੈ? ਕੀ ਇਹਦਾ ਜਵਾਬ ਸਿੰਟੈਕਸ ਹੈ? ਕੀ ਇਹਦਾ ਜਵਾਬ ਸਿਮੈਂਟਿਕਸ ਹੈ? ਜਾਂ ਫਿਰ ਇਹਦਾ ਜਵਾਬ ਗ੍ਰਾਫੈਮਿਕਸ ਹੈ? ਸਹੀ ਜਵਾਬ ਦੀ ਗੱਲ ਕਰੀਏ ਤਾਂ ਇੱਥੇ ਜਦੋਂ ਪੈਟਰਨ ਦੀ ਗੱਲ ਕਰ ਦਿੰਨੇ ਆ, ਅਰੇਂਜਮੈਂਟ ਦੀ ਗੱਲ ਕਰ ਦਿੰਨੇ ਆ, ਤੇ ਇੱਥੇ ਜਵਾਬ ਹੋਏਗਾ ਜੀ ਸਿੰਟੈਕਸ। ਬਾਕੀ ਜਿਨ੍ਹਾਂ ਸਾਥੀਆਂ ਨੇ ਅੰਗਰੇਜ਼ੀ ਪੈਡਾਗੋਜੀ ਵਾਲੀ ਰਾਤ ਵਾਲੀ ਵੀਡੀਓ ਵੇਖੀ ਸੀਗੀ ਉਹ ਮੈਨੂੰ ਸਮਝਾਉਣ ਮੋਰਫੋਲੋਜੀ ਕੀ ਹੁੰਦਾ ਹੈ, ਸਿਮੈਂਟਿਕਸ ਕੀ ਹੁੰਦਾ ਹੈ। ਸੋ ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਤੇ ਹੁਣ ਮੈਨੂੰ ਜਰੂਰ ਦੱਸਿਓ ਤੁਹਾਡੇ 10 ਵਿੱਚੋਂ ਕਿੰਨੇ ਪ੍ਰਸ਼ਨ ਆਏ ਆ। ਜੇਕਰ ਕਲਾਸ ਵਿੱਚ ਤੁਹਾਨੂੰ ਕੁਝ ਪ੍ਰਸ਼ਨ ਨਹੀਂ ਸਮਝ ਲੱਗੇ ਤਾਂ ਵੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਇਹ ਨਾ ਸੋਚਿਓ ਕਿ ਯਾਰ ਮੇਰੇ ਤੋਂ ਪ੍ਰਸ਼ਨ ਨਹੀਂ ਹੱਲ ਹੋ ਰਹੇ। ਤੁਸੀਂ ਵੇਖਿਓ ਅੱਜ ਪਹਿਲਾ ਦਿਨ ਸੀਗਾ, ਹੌਲੀ ਹੌਲੀ ਤੁਹਾਨੂੰ ਚੀਜ਼ਾਂ ਸਮਝ ਲੱਗਣਗੀਆਂ, ਤੁਸੀਂ ਪ੍ਰਸ਼ਨਾਂ ਨੂੰ ਆਪ ਹੱਲ ਕਰੋਗੇ। ਬਸ ਇੱਕ ਸ਼ਰਤ ਇਹ ਹੈਗੀ ਹੈ ਕਿ ਮੇਰੇ ਪ੍ਰਸ਼ਨ ਬੋਲਣ ਤੋਂ ਪਹਿਲਾਂ ਖੁਦ ਪ੍ਰਸ਼ਨ ਨੂੰ ਸਮਝਿਆ ਕਰੋ, ਕਿਉਂਕਿ ਮੇਰੀਆਂ ਵੀਡੀਓਜ਼ ਆਫਲਾਈਨ ਹੁੰਦੀਆਂ ਨੇ। ਤੁਸੀਂ ਨਾਲ ਕਮੈਂਟ ਕਰ ਸਕਦੇ ਹੋ, ਕਮੈਂਟ ਸੈਕਸ਼ਨ ਓਪਨ ਹੀ ਹੁੰਦਾ ਆ। ਐਂਡ ਬਾਅਦ ਵਿੱਚ ਐਨਾਲਾਈਜ਼ ਕਰਕੇ ਦੇਖਿਓ ਕਿ ਮੇਰੇ ਨੰਬਰ ਕਿੰਨੇ ਬਣੇ ਹੈਗੇ ਆ, ਤੁਹਾਡਾ ਸੈਲਫ ਕੌਨਫੀਡੈਂਸ ਵੀ ਵਧੂਗਾ। ਐਂਡ ਜੇਕਰ ਤੁਸੀਂ ਮੇਰੀਆਂ ਇਹੋ ਜੀਆਂ 10-15 ਵੀਡੀਓਜ਼ ਵੀ ਦੇਖ ਲਈਆਂ ਤਾਂ ਸਮਝ ਲਓ ਵੀ ਤੁਹਾਡਾ ਜਿਹੜਾ ਪੀਐਸ ਟੈਟ ਦਾ ਪੇਪਰ ਹੈਗਾ ਆ ਅੰਗਰੇਜ਼ੀ ਸੈਕਸ਼ਨ ਉਹਦੇ ਵਿੱਚ ਵਧੀਆ ਹੀ ਕਰਕੇ ਆਉਂਗੇ। ਸੋ ਅੱਜ ਪਹਿਲਾ ਦਿਨ ਸੀਗਾ, ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਜੇਕਰ ਕੁਝ ਨੰਬਰ ਤੁਹਾਡੇ ਨਹੀਂ ਵੀ ਬਣੇ। ਬਾਕੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਐਂਡ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ। ਸੈਸ਼ਨ ਦੀ ਪੀਡੀਐਫ ਨੂੰ ਪ੍ਰਾਪਤ ਕਰਨ ਦੇ ਲਈ ਆਪਣਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਿਓ ਜਿਹਦਾ ਨਾਮ ਹੈਗਾ ਜੀ ਡੋਰਸਟੈਪ ਐਜੂਕੇਸ਼ਨ ਪੁਆਇੰਟ। ਸੋ ਦੋਸਤੋ, ਥੈਂਕ ਯੂ ਸੋ ਮਚ ਫॉर ਵਾਚਿੰग। गॉड ਬlesਸ ਯੂ ਆਲ।